ਹੈਲੋ एवरीवन। ਸੋ ਅੱਜ ਅਸੀਂ ਫੋਰਥ ਪਾਰਟ ਕਰਨ ਜਾ ਰਹੇ ਹਾਂ। ਤਿੰਨ ਪਾਰਟ ਅਸੀਂ ਆਲਰੇਡੀ ਕਰ ਚੁੱਕੇ ਹਾਂ। ਸੋ ਇਹਦੇ ਵਿੱਚ ਜੋ ਸਾਡੇ ਕੋਲ ਫਸਟ ਕੁਐਸਚਨ ਹੈ, ਵਿਚ ਵਨ ਆਫ ਦੀ ਗਿਵਨ ਇਜ਼ ਹਾਈਡਰੇ ਐਸਿਡ। ਸੋ ਆ ਚਾਰ ਆਪਸ਼ਨ ਦਿੱਤੇ ਨੇ, ਕਹਿੰਦੇ ਇਹਨਾਂ ਵਿੱਚੋਂ ਕਿਹੜਾ ਜਿਹੜਾ ਹਾਈਡਰੇ ਐਸਿਡ ਹੈ। ਸੋ ਇਹਦੇ ਵਿੱਚ ਜੋ ਆਪਸ਼ਨ ਸੀ ਹੈ HCN, ਉਹ ਹਾਈਡਰੇ ਐਸਿਡ ਹੁੰਦਾ ਆ। ਸੋ ਹੇਅਰ ਆਪਸ਼ਨ ਸੀ ਇਜ਼ ਕਰੈਕਟ। So next question is most of the oxides of metals when react with acid form। ਕਹਿੰਦੇ ਜਿਹੜੇ ਮੈਟਲ ਦੇ ਆਕਸਾਈਡ ਆ ਜਦੋਂ ਇਹ ਰਿਐਕਟ ਕਰਦੇ ਆ ਐਸਿਡ ਦੇ ਨਾਲ ਕਿਹੜੀ ਚੀਜ਼ ਫਾਰਮ ਕਰਦੇ ਆ। ਜਿਵੇਂ ਕਿ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਜਿਹੜਾ ਮੈਟਲ ਐਸਿਡ ਦੇ ਨਾਲ ਰਿਐਕਟ ਕਰਦਾ ਆ ਅਤੇ ਫਿਰ ਸਾਲਟ ਨੂੰ ਉਹ ਫਾਰਮ ਕਰਦਾ ਹੈ। ਸੋ ਆਪਸ਼ਨ ਸੀ ਇਜ਼ ਕਰੈਕਟ ਵਿਚ ਇਜ਼ ਸਾਲਟ। So next question is generally when certain metals react with an acid they release dash gas। ਕਹਿੰਦੇ ਜਦੋਂ ਮੈਟਲ ਰਿਐਕਟ ਕਰਦਾ ਹੈ ਐਸਿਡ ਦੇ ਨਾਲ, ਇੱਕ ਤਾਂ ਸਾਲਟ ਪ੍ਰੋਡਿਊਸ ਹੁੰਦਾ ਆ ਅਤੇ ਇੱਕ ਗੈਸ ਪ੍ਰੋਡਿਊਸ ਹੁੰਦੀ ਆ, ਇੱਕ ਗੈਸ ਫੋਰਮ ਕਰਦੀ ਆ, ਰਿਲੀਜ਼ ਕਰਦੀ ਆ। ਉਹ ਕਿਹੜੀ ਗੈਸ ਹੁੰਦੀ ਆ? ਸੋ ਉਹ ਹਾਈਡਰੋਜਨ ਗੈਸ ਹੁੰਦੀ ਆ ਵਿਚ ਇਜ਼ ਆਪਸ਼ਨ ਸੀ। ਸੋ ਇੱਥੇ ਆਪਸ਼ਨ ਸੀ ਸਾਡੇ ਕੋਲ ਕਰੈਕਟ ਹੋਏਗਾ। So next question is which one of the given is formed when sodium hydrogen carbonate react with hydrochloric acid। ਸੋ ਇਹਦੇ ਵਿੱਚ ਸਾਡੇ ਕੋਲ ਪੁੱਛਿਆ ਆ ਵੀ ਕਿਹੜੀ ਚੀਜ਼ ਫਾਰਮ ਕਰਦੀ ਆ ਜਦੋਂ ਸੋਡੀਅਮ ਹਾਈਡਰੋਜਨ ਕਾਰਬੋਨੇਟ ਨੂੰ ਅਸੀਂ ਰਿਐਕਟ ਕਰਵਾਉਂਦੇ ਹਾਂ ਹਾਈਡਰੋਕਲੋਰਿਕ ਐਸਿਡ ਦੇ ਨਾਲ। ਸੋ ਇਹਦੇ ਵਿੱਚ ਸਾਡੇ ਕੋਲ ਸੋਡੀਅਮ ਕਲੋਰਾਈਡ ਵੀ ਬਣਦਾ ਆ, ਕਾਰਬਨ ਡਾਈਆਕਸਾਈਡ ਵੀ ਬਣਦੀ ਆ ਅਤੇ ਵਾਟਰ ਵੀ ਫਾਰਮ ਕਰਦਾ ਆ। ਸੋ ਆਪਸ਼ਨ ਡੀ ਇਜ਼ ਕਰੈਕਟ ਵਿਚ ਇਜ਼ ਆਲ ਆਫ ਦੀ ਅਬਵ। Option D is correct। So next question is a strong acid। strong acid ਦੀਆਂ ਇੱਥੇ ਕੁਆਲਿਟੀਜ਼ ਲਿਖੀਆਂ ਨੇ, ਇਹਦੇ ਵਿੱਚੋਂ ਵੇਖਣੀਆਂ ਕਿਹੜੀ ਆਪਸ਼ਨ ਸਹੀ ਆ। ਸੋ ਇੱਕ ਚੀਜ਼ ਯਾਦ ਰੱਖਣਾ ਹੀ ਆ ਵੀ ਜਿਹੜਾ ਸਟਰੋਂਗ ਐਸਿਡ ਹੁੰਦਾ ਆ ਕੰਪਲੀਟਲੀ ਆਇਓਨਾਈਜ਼ਡ ਹੁੰਦਾ ਆ ਵਾਟਰ ਦੇ ਵਿੱਚ, ਕੰਪਲੀਟਲੀ ਆਇਓਨਾਈਜ਼ਡ। ਸੋ ਆਪਸ਼ਨ ਏ ਇਜ਼ ਕਰੈਕਟ। ਨੈਕਸਟ ਕੁਐਸਚਨ ਇਜ਼ ਵਿਚ ਆਫ ਦਾ ਗਿਵਨ ਇਜ਼ ਏ ਸਟਰੋਂਗ ਬੇਸ। ਸੋ ਇਹ ਤੁਸੀਂ ਯਾਦ ਹੀ ਰੱਖ ਲਿਓ, ਕੈਲਸ਼ੀਅਮ ਹਾਈਡਰੋਕਸਾਈਡ ਹੈ ਜਿਹੜਾ ਇੱਕ ਸਟਰੋਂਗ ਬੇਸ ਹੁੰਦਾ ਆ। ਕੈਲਸ਼ੀਅਮ ਹਾਈਡਰੋਕਸਾਈਡ ਇਜ਼ ਏ ਸਟਰੋਂਗ ਬੇਸ। ਆਪਸ਼ਨ ਏ ਇਜ਼ ਕਰੈਕਟ। ਸੋ ਨੈਕਸਟ ਕੁਐਸਚਨ ਇਜ਼ ਵਿਚ ਆਫ ਦੀ ਗਿਵਨ ਇਜ਼ ਯੂਜ਼ਡ ਐਨ ਐਂਟਾਸਿਡ। ਸੋ ਹੇਠ ਲਿਖੇ ਜਿਹੜੇ ਸਾਡੇ ਕੋਲ ਆਪਸ਼ਨਸ ਨੇ, ਕਹਿੰਦੇ ਇਹਦੇ ਵਿੱਚੋਂ ਕਿਹਨੂੰ ਅਸੀਂ ਯੂਜ਼ ਕਰਦੇ ਹਾਂ ਐਜ਼ ਐਨ ਐਂਟਾਸਿਡ। So option C is correct which is magnesium hydroxide। magnesium hydroxide ਨੂੰ ਅਸੀਂ ਐਜ਼ ਐਨ ਐਸਿਡ ਯੂਜ਼ ਕਰਦੇ ਹਾਂ। ਠੀਕ ਹੈ ਸਟੂਡੈਂਟਸ। ਨੈਕਸਟ ਕੁਐਸਚਨ ਸਾਡੇ ਕੋਲ ਹੈ pH 'ਤੇ, ਯਾਨੀ ਕਿ ਪਾਵਰ ਆਫ ਹਾਈਡਰੋਜਨ। ਸੋ ਕਹਿੰਦੇ ਪਿਓਰ ਵਾਟਰ ਜਿਹੜਾ ਹੁੰਦਾ ਆ ਉਹਦਾ pH ਵੈਲਿਊ ਕਿੰਨੀ ਹੁੰਦੀ ਆ, ਯਾਨੀ ਕਿ ਜਦੋਂ ਪਾਣੀ ਹੁੰਦਾ ਆ ਪਿਓਰ ਵਾਟਰ ਹੁੰਦਾ ਆ ਉਹਦੀ ਜਿਹੜੀ pH ਵੈਲਿਊ ਹੁੰਦੀ ਹੈ 7, ਯਾਨੀ ਕਿ ਨਾ ਤਾਂ ਉਹ ਐਸਿਡਿਕ ਅਤੇ ਜਮ੍ਹਾਂ ਨਹੀਂ ਹੁੰਦਾ, ਯਾਨੀ ਜੇ 7 ਤੋਂ ਘੱਟ ਹੁੰਦਾ ਤਾਂ ਉਹ ਐਸਿਡ ਹੁੰਦਾ। ਪਰ ਜਿਹੜਾ ਪਿਓਰ ਵਾਟਰ ਹੁੰਦਾ ਆ ਉਹ ਆਲਵੇਜ਼ ਉਹਦਾ ਜਿਹੜਾ pH ਹੁੰਦਾ ਆ ਉਹ ਹੁੰਦਾ ਹੈ 7। ਸੋ ਆਪਸ਼ਨ ਬੀ ਇਜ਼ ਕਰੈਕਟ। ਸੋ ਨੈਕਸਟ ਕੁਐਸਚਨ ਇਜ਼ ਵਿਚ ਵਨ ਆਫ ਦੀ ਗਿਵਨ ਇਜ਼ ਟਰੂ ਇਫ ਏ ਸਬਸਟੈਂਸ ਹੈਜ਼ ਏ pH ਵੈਲਿਊ ਆਫ 4। ਕਹਿੰਦੇ ਥੱਲੇ ਆਪਸ਼ਨ ਦਿੱਤੇ ਨੇ ਸਾਡੇ, ਕਹਿੰਦੇ ਇਹਦੇ ਵਿੱਚੋਂ ਕਿਹੜਾ ਆਪਸ਼ਨ ਸਹੀ ਹੋਏਗਾ ਜੇ ਸਾਡੇ ਕੋਲ pH ਵੈਲਿਊ ਕਿਸੇ ਸਬਸਟੈਂਸ ਦੀ 4 ਹੈ। ਸੋ ਤੁਹਾਨੂੰ ਮੈਂ ਜਿਵੇਂ ਦੱਸਿਆ ਸੀ 7 ਤੋਂ ਘੱਟ pH ਵੈਲਿਊ ਜਿਸ ਸਬਸਟੈਂਸ ਦੀ ਹੋਏਗੀ ਉਹ ਐਸਿਡ ਹੋਏਗਾ। ਸੋ ਆਪਸ਼ਨ ਬੀ ਇਜ਼ ਕਰੈਕਟ ਵਿਚ ਇਜ਼ ਦਾ ਸਬਸਟੈਂਸ ਇਜ਼ ਐਨ ਐਸਿਡ। Next question is which one of the given is true if a substance has a pH value of 7। ਸੋ ਉਹ ਸਬਸਟੈਂਸ ਜਿਹਦੀ pH value 7 ਹੋਵੇ ਉਹ ਹਮੇਸ਼ਾ ਨਿਊਟਰਲ ਹੁੰਦਾ ਹੈ, ਉਹ ਐਸਿਡਿਕ ਨਹੀਂ ਹੁੰਦਾ, ਨਾ ਉਹ ਬੇਸਿਕ ਹੁੰਦਾ ਹੈ, ਨਾ ਉਹ ਬੇਸ ਹੁੰਦਾ ਆ। ਸੋ ਆਪਸ਼ਨ ਸੀ ਇਜ਼ ਕਰੈਕਟ ਵਿਚ ਇਜ਼ ਦਾ ਸਬਸਟੈਂਸ ਇਜ਼ ਏ ਨਿਊਟਰਲ ਸਬਸਟੈਂਸ। ਠੀਕ ਹੈ, ਆਪਸ਼ਨ ਸੀ ਇਜ਼ ਕਰੈਕਟ ਸਟੂਡੈਂਟਸ। ਨੈਕਸਟ ਕੁਐਸਚਨ ਇਜ਼ in which of the given reaction a salt is reacting with a base। ਸੋ ਇਹਦੇ ਵਿੱਚ ਅਸੀਂ ਵੇਖਣਾ ਆ ਵੀ ਕਿਹੜਾ ਆਪਸ਼ਨ ਜਿਹਦੇ ਵਿੱਚ ਜਿਹੜਾ ਸਾਲਟ ਆ ਉਹ ਰਿਐਕਟ ਕਰਦਾ ਆ ਕਿਸੇ ਬੇਸ ਦੇ ਨਾਲ। ਸੋ ਇਹਦੇ ਲਈ ਤੁਹਾਨੂੰ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਨੌਲੇਜ ਹੋਣੀ ਜ਼ਰੂਰੀ ਆ। ਸੋ ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਲਈ ਸਪੈਸ਼ਲ ਇੱਕ ਵੀਡੀਓ ਬਣਾਵਾਂ ਜਿਹਦੇ ਵਿੱਚ ਮੈਂ ਕੁਝ ਤੁਹਾਨੂੰ ਬੇਸਿਕ ਇਕੁਏਸ਼ਨਸ ਜਾਂ ਕੈਮੀਕਲ ਇਕੁਏਸ਼ਨਸ ਲਿਖਵਾਉਣ ਦੀ ਕੋਸ਼ਿਸ਼ ਕਰਾਂ। ਸੋ ਇੱਥੇ ਤੁਸੀਂ ਆਪਸ਼ਨ ਟੈਕਸਟ ਨੂੰ ਯਾਦ ਹੀ ਰੱਖ ਲਓ ਅਜੇ ਵੀ CnH4OH + AlSO4।
ਇਹ ਜਿਹੜਾ ਸਾਡਾ ਆਪਸ਼ਨ ਕਰੈਕਟ ਹੋਏਗਾ ਆਪਸ਼ਨ ਡੀ। ਜਦੋਂ ਸਾਲਟ ਕਹਿੰਦੇ ਰਿਐਕਟ ਕਰਦਾ ਬੇਸ ਦੇ ਨਾਲ, ਸੋ ਇਹਦੇ ਵਿੱਚ ਸਾਲਟ ਹੈ ਜਿਹੜਾ ਉਹ ਰਿਐਕਟ ਕਰ ਰਿਹਾ ਹੈ ਕਿਸੇ ਬੇਸ ਦੇ ਨਾਲ, ਕਿਉਂਕਿ ਬਾਕੀ ਆਪਸ਼ਨ ਤੁਸੀਂ ਦੇਖੋਗੇ ਵੀ ਇੱਕ 'ਚ ਪਾਣੀ ਆ ਰਿਹਾ, ਸਾਰਿਆਂ 'ਚ ਵਾਟਰ ਆ ਰਿਹਾ ਹੈ, H2O ਆ ਰਿਹਾ। ਸੋ ਇਹ ਆਪਸ਼ਨ ਸਾਨੂੰ ਚਾਹੀਦਾ ਸੀਗਾ ਸਾਲਟ ਅਤੇ ਬੇਸ, ਪਰ ਇੱਥੇ ਸਾਲਟ ਅਤੇ ਬੇਸ ਆ ਹੀ ਨਹੀਂ ਰਹੇ। ਸੋ ਆਪਸ਼ਨ ਇੱਕੋ ਸਹੀ ਸਾਡਾ ਜਿਹੜਾ ਸਾਨੂੰ ਲੱਗ ਰਿਹਾ ਆ ਉਹ ਡੀ, ਆਪਸ਼ਨ ਡੀ ਇਜ਼ ਕਰੈਕਟ। ਸੋ ਅਸੀਂ ਨੈਕਸਟ ਕੁਐਸਚਨ ਨਾਲ ਵੱਧਦੇ ਹਾਂ। ਸੋ ਵਿਚ ਵਨ ਆਫ ਦੀ ਗਿਵਨ ਇਜ਼ ਅ ਕਾਮਨਲੀ ਨੋਨ ਐਜ਼ ਬਲੂ ਵਿਟਰੋਇਲ ਐਂਡ ਇਟ ਯੂਜ਼ ਐਜ਼ ਫੰਗੀਸਾਈਡ। ਕਹਿੰਦੇ ਹੇਠ ਲਿਖੇ ਆਪਸ਼ਨਸ ਵਿੱਚੋਂ ਕਿਹਨੂੰ ਅਸੀਂ ਬਲੂ ਵਿਟਰੋਇਲ ਵੀ ਕਹਿੰਦੇ ਹਾਂ ਅਤੇ ਇਹਨੂੰ ਐਜ਼ ਏ ਫੰਗੀਸਾਈਡ ਵੀ ਯੂਜ਼ ਕੀਤਾ ਜਾਂਦਾ ਆ। ਸੋ ਕੋਪਰ ਸਲਫੇਟ ਨੂੰ ਐਜ਼ ਏ ਫੰਗੀਸਾਈਡ ਅਸੀਂ ਯੂਜ਼ ਕਰਦੇ ਹਾਂ ਅਤੇ ਉਹਨੂੰ ਵੀ ਬਲੂ ਵਿਟਰੋਇਲ ਦੇ ਨਾਲ ਵੀ ਨਾਮ ਦੇ ਨਾਲ ਵੀ ਅਸੀਂ ਜਾਣਦੇ ਹਾਂ। ਆਪਸ਼ਨ ਬੀ ਇਜ਼ ਕਰੈਕਟ। ਸੋ ਨੈਕਸਟ ਕੁਐਸਚਨ ਨਾਲ ਵੱਧਦੇ ਹਾਂ ਅਸੀਂ। which one of the following is formed when calcium hydroxide react with the carbon dioxide। ਜਦੋਂ ਅਸੀਂ ਕੈਲਸ਼ੀਅਮ ਹਾਈਡਰੋਕਸਾਈਡ ਨੂੰ ਰਿਐਕਟ ਕਰਵਾਉਂਦੇ ਹਾਂ ਕਾਰਬਨ ਡਾਈਆਕਸਾਈਡ ਨਾਲ, ਸੋ ਵਾਟਰ ਅਤੇ ਸਾਲਟ ਦੋਨੇ ਫਾਰਮ ਕਰਦੇ ਆ। ਆਪਸ਼ਨ ਡੀ ਇਜ਼ ਕਰੈਕਟ ਵਿਚ ਇਜ਼ ਬੋਥ ਬੀ ਐਂਡ ਸੀ। ਸੋ ਨੈਕਸਟ ਕੁਐਸਚਨ ਇਜ਼ ਵਿਚ ਵਨ ਆਫ ਦੀ ਫੋਲੋਇੰਗ ਫਿਨੋਮੀਨਾ ਅਕਰਸ ਵੈਨ ਐਸਿਡ ਇਜ਼ ਮਿਕਸ ਵਿਦ ਵਾਟਰ। ਕਹਿੰਦੇ ਜੋ ਐਸਿਡ ਅਤੇ ਵਾਟਰ ਨੂੰ ਮਿਕਸ ਕੀਤਾ ਜਾਂਦਾ ਹੈ ਅਤੇ ਕਿਹੜਾ ਫਿਨੋਮੀਨਾ ਅਕਰ ਕਰਦਾ ਹੈ। ਸੋ ਜਦੋਂ ਅਸੀਂ ਇਹ ਆਪਸ਼ਨਸ ਦੇਖਦੇ ਹਾਂ, ਜੋ ਆਇਓਨਾਈਜੇਸ਼ਨ ਹੈ, ਜਦੋਂ ਅਸੀਂ ਐਸਿਡ ਨੂੰ ਮਿਕਸ ਕਰਦੇ ਹਾਂ ਵਾਟਰ ਦੇ ਨਾਲ ਅਤੇ ਉਹਨੂੰ ਕਹਿੰਦੇ ਆ ਆਇਓਨਾਈਜੇਸ਼ਨ। ਸੋ ਆਪਸ਼ਨਸ ਡੀ ਇਜ਼ ਕਰੈਕਟ ਵਿਚ ਇਜ਼ ਓਨਲੀ ਸੀ ਇਜ਼ ਕਰੈਕਟ। ਠੀਕ ਹੈ ਇਹ ਸਟੂਡੈਂਟਸ ਤੁਸੀਂ ਧਿਆਨ ਨਾਲ ਦੇਖਣੇ ਆਪਸ਼ਨ, ਅਸੀਂ ਉੱਪਰ ਸੀ ਕਹਿ ਰਹੇ ਹਾਂ ਅਤੇ ਥੱਲੇ ਵੀ ਸੀ ਆ ਗਿਆ, ਮਤਲਬ ਆਪਸ਼ਨ ਡੀ ਸਹੀ ਆ। ਠੀਕ ਹੈ ਆਪਸ਼ਨ ਡੀ ਸਹੀ ਆ, ਪਰ ਜਦੋਂ ਉੱਪਰ ਦੇਖਦੇ ਹਾਂ ਆਪਸ਼ਨ ਸੀ ਦੇ ਵਿੱਚ ਜਿਵੇਂ ਆਪਾਂ ਆਪਸ਼ਨ ਸਾਰੇ ਦੇਖਦੇ ਹਾਂ, ਸਾਡੇ ਲਈ ਏ ਬੀ ਸੀ ਉੱਪਰ ਵੀ ਆ ਅਤੇ 4 ਆਪਸ਼ਨ ਥੱਲੇ ਨੇ। ਜਿਵੇਂ ਏ ਦੇ ਓਨਲੀ ਬੀ ਇਜ਼ ਕਰੈਕਟ, ਪਰ ਸਾਡਾ ਸਿਰਫ ਸੀ ਸਹੀ ਆ, ਇਸ ਲਈ ਅਸੀਂ ਡੀ ਆਪਸ਼ਨ ਦੇਖਾਂਗੇ ਓਨਲੀ ਸੀ ਇਜ਼ ਕਰੈਕਟ। ਸੋ ਡੀ ਨੂੰ ਆਪਾਂ ਮਾਰਕ ਕਰਨਾ ਆ। ਸੋ ਆਪਸ਼ਨ ਡੀ ਇਜ਼ ਕਰੈਕਟ ਹੇਅਰ। ਸੋ ਵਿਚ ਵਨ ਅਮੰਗ ਦਾ ਗਿਵਨ ਇਜ਼ ਏ ਵੀਕ ਬੇਸ। ਵੀਕ ਬੇਸ ਕਿਹੜਾ ਆ? ਅਮੋਨੀਅਮ ਹਾਈਡਰੋਕਸਾਈਡ ਜਿਹੜਾ ਇੱਕ ਵੀਕ ਬੇਸ ਆ। ਆਪਸ਼ਨ ਸੀ ਇਜ਼ ਕਰੈਕਟ। ਨੈਕਸਟ ਕੁਐਸਚਨ ਇਜ਼ ਵਿਚ ਐਸਿਡ ਇਜ਼ ਯੂਜ਼ਡ ਇਨ ਕੋਲਾ ਟੂ ਗਿਵ ਏ ਬਾਈਟਿੰਗ ਸ਼ਾਰਪ ਟੇਸਟ। ਕਹਿੰਦੇ ਜਦੋਂ ਅਸੀਂ ਕੋਲਡ ਡਰਿੰਕ ਪੀਂਦੇ ਹਾਂ ਉਹਦੇ ਵਿੱਚ ਸਾਨੂੰ ਜਿਹੜਾ ਥੋੜ੍ਹਾ ਬਾਈਟਿੰਗ ਸ਼ਾਰਪ ਟੇਸਟ ਹੁੰਦਾ, ਤਿੱਖਾਪਨ ਆਉਂਦਾ ਹੈ, ਉਹ ਕਾਹਦੇ ਕਾਰਨ ਕਰਕੇ ਆਉਂਦਾ? ਕਿਹੜਾ ਐਸਿਡ ਮਿਕਸ ਕੀਤਾ ਜਾਂਦਾ ਹੈ ਉਹਦੇ ਵਿੱਚ? ਸੋ ਉਹਦੇ ਵਿੱਚ ਟਾਰਟੈਰਿਕ ਐਸਿਡ ਮਿਕਸ ਕੀਤਾ ਜਾਂਦਾ ਹੈ, ਯਾਨੀ ਕਿ ਆਪਸ਼ਨ ਬੀ ਇਜ਼ ਕਰੈਕਟ। ਟਾਰਟੈਰਿਕ ਐਸਿਡ ਨੂੰ ਮਿਕਸ ਕੀਤਾ ਜਾਂਦਾ ਆ, ਜਿਹਦੇ ਕਰਕੇ ਥੋੜ੍ਹਾ ਸ਼ਾਰਪ ਟੇਸਟ ਸਾਨੂੰ ਕੋਲਡ ਡਰਿੰਕ ਵਿੱਚ ਆਉਂਦਾ ਹੈ। ਸੋ ਨੈਕਸਟ ਕੁਐਸਚਨ ਇਜ਼ ਰੇਂਜ ਆਫ ਪੀ ਐਚ ਸਕੇਲ। ਕਹਿੰਦੇ ਪੀ ਐਚ ਸਕੇਲ ਦੀ ਰੇਂਜ ਕਿੰਨੀ ਹੁੰਦੀ ਆ? ਸੋ ਪੀ ਐਚ ਸਕੇਲ ਜਿਹੜਾ ਅਸੀਂ ਮਾਪਦੇ ਹਾਂ ਕਿਸੇ ਦਾ ਵੀ, ਉਹ 0 to ਲੈ ਕੇ 14 ਤੱਕ ਹੁੰਦਾ ਆ। ਸੋ ਆਪਸ਼ਨ ਸੀ ਇਜ਼ ਕਰੈਕਟ ਵਿਚ ਇਜ਼ 0 to 14। ਸੋ ਨੈਕਸਟ ਕੁਐਸਚਨ ਇਜ਼ ਡਿਊ ਟੂ ਐਕਸੈਸ ਪਾਸਿੰਗ ਆਫ CO2 through an aqueous solution of slaked lime its milkiness fades because। ਕਹਿੰਦੇ ਜਦੋਂ ਕਾਰਬਨ ਡਾਈਆਕਸਾਈਡ ਜਿਹੜੀ ਆ ਕਿਸੇ ਐਕਿਊਸ ਸੋਲਿਊਸ਼ਨ ਦੇ ਵਿੱਚੋਂ ਜ਼ਿਆਦਾ ਪਾਸ ਕਰੇ ਅਤੇ ਜਿਹੜੀ ਉਹਦੀ ਮਿਲਕੀਨੈਸ ਹੁੰਦੀ ਆ ਸਲੇਕਡ ਲਾਈਮ ਦੀ, ਉਹ ਥੋੜ੍ਹੀ ਘੱਟ ਜਾਂਦੀ ਆ। ਕਾਹਦੇ ਕਾਰਨ ਕਰਕੇ ਘੱਟ ਜਾਂਦੀ ਆ? ਸੋ ਕਹਿੰਦੇ ਜਦੋਂ ਕਾਰਬਨ ਡਾਈਆਕਸਾਈਡ ਕਿਸੇ ਸਲੇਕਡ ਲਾਈਮ ਦੇ ਐਕਿਊਸ ਸੋਲਿਊਸ਼ਨ ਵਿੱਚੋਂ ਜ਼ਿਆਦਾ ਪਾਸ ਕਰੇ ਨਾ, ਉਹਦੀ ਜਿਹੜੀ ਮਿਲਕੀਨੈਸ ਹੈ ਉਹ ਘੱਟ ਜਾਂਦੀ ਆ, ਕਿਉਂਕਿ ਜਿਹੜਾ ਕੈਲਸ਼ੀਅਮ ਕਾਰਬੋਨੇਟ ਹੁੰਦਾ ਆ ਉਹ ਪ੍ਰੋਡਿਊਸ ਕਰ ਜਾਂਦਾ, ਜਿਹਦੇ ਕਰਕੇ ਉਹਦੀ ਮਿਲਕੀਨੈਸ ਫੇਡ ਕਰ ਜਾਂਦੀ ਆ। ਸੋ ਆਪਸ਼ਨ ਏ ਇਜ਼ ਕਰੈਕਟ ਹੇਅਰ। ਸੋ ਨੈਕਸਟ ਕੁਐਸਚਨ ਇਜ਼ ਵੈਨ ਐਸਿਡ ਡਿਜ਼ੋਲਵ ਇਨ ਵਾਟਰ ਇਟ ਰਿਲੀਜ਼ਿਸ। ਕਹਿੰਦੇ ਜਦੋਂ ਐਸਿਡ ਡਿਜ਼ੋਲਵ ਕਰਦਾ ਆ ਵਾਟਰ ਦੇ ਵਿੱਚ ਤਾਂ ਕਿਹੜੀ ਚੀਜ਼ ਰਿਲੀਜ਼ ਕਰਦੀ ਆ? ਸੋ ਹਾਈਡਰੋਜਨ ਦੇ ਆਇਨ ਨੂੰ ਪ੍ਰੋਡਿਊਸ ਕਰਦਾ ਹੈ, ਯਾਨੀ ਕਿ H+ ਆਇਨ ਫਾਰਮ ਕਰਦੇ ਆ। ਆਪਸ਼ਨ ਏ ਇਜ਼ ਕਰੈਕਟ। ਸੋ ਨੈਕਸਟ ਕੁਐਸਚਨ ਇਜ਼ ਵਿਚ ਐਲੀਮੈਂਟ ਇਜ਼ ਆਲਵੇਜ਼ ਪ੍ਰੈਜ਼ੈਂਟ ਇਨ ਅਰਹੇਨੀਅਸ ਐਸਿਡ। ਕਹਿੰਦੇ ਕਿਹੜਾ ਐਲੀਮੈਂਟ ਆ ਜਿਹੜਾ ਆਲਵੇਜ਼ ਪ੍ਰੈਜ਼ੈਂਟ ਹੁੰਦਾ ਹੀ ਹੁੰਦਾ ਆ ਅਰਹੇਨੀਅਸ ਐਸਿਡ ਦੇ ਵਿੱਚ? ਸੋ ਉਹ ਹੁੰਦਾ ਆ ਹਾਈਡਰੋਜਨ। ਹਾਈਡਰੋਜਨ ਜਿਹੜਾ ਆ ਹਮੇਸ਼ਾ ਪ੍ਰੈਜ਼ੈਂਟ ਹੁੰਦਾ ਆ। ਸੋ ਆਪਸ਼ਨ ਸੀ ਇਜ਼ ਕਰੈਕਟ। ਸੋ ਨੈਕਸਟ ਕੁਐਸਚਨ ਇਜ਼ ਮਿਥਾਈਲ ਰੈੱਡ ਕਲਰ ਇਨ ਐਸਿਡਿਕ ਮੀਡੀਅਮ ਇਜ਼। ਕਹਿੰਦੇ ਮਿਥਾਈਲ ਰੈੱਡ ਕਲਰ ਹੁੰਦਾ ਆ ਕਿਸੇ ਵੀ ਐਸਿਡਿਕ ਮੀਡੀਅਮ ਦਾ, ਉਹ ਕਿਹੜਾ ਕਲਰ ਦਾ ਹੁੰਦਾ ਆ? ਸੋ ਆਪਸ਼ਨ ਸੀ ਇਜ਼ ਕਰੈਕਟ ਵਿਚ ਇਜ਼ ਰੈੱਡ। ਮਿਥਾਈਲ ਰੈੱਡ ਕਲਰ ਯਾਨੀ ਕਿ ਰੈੱਡ ਤੋਂ ਤੁਸੀਂ ਯਾਦ ਰੱਖ ਲਿਓ ਰੈੱਡ ਕਲਰ ਦਾ ਹੀ ਹੁੰਦਾ ਆ।
Option C is correct. So next question is the chemical formula of gypsum is. ਸੋ ਸਟੂਡੈਂਟਸ ਇੱਦਾਂ ਦੇ ਕੈਮੀਕਲ ਫਾਰਮੂਲੇਜ਼ ਕੁਝ ਇੰਪੋਰਟੈਂਟ ਮੈਂ ਤੁਹਾਨੂੰ ਇੱਕ ਲਿਸਟ ਜ਼ਰੂਰ ਦੇਵਾਂਗਾ। ਕੋਸ਼ਿਸ਼ ਕਰਾਂਗਾ ਸ਼ੋਰਟ ਜੀ ਵੀਡੀਓ ਬਣਾ ਕੇ ਤੁਹਾਨੂੰ ਕੈਮੀਕਲ ਫਾਰਮੂਲੇਜ਼ ਥੋੜ੍ਹੇ ਜਿਹੇ ਦੇ ਦਾਂ। ਸੋ ਜਿਹੜੇ ਤੁਸੀਂ ਯਾਦ ਤੁਹਾਡੇ ਲਈ ਬਹੁਤ ਇੰਪੋਰਟੈਂਟ ਨੇ, ਯਾਦ ਕਰਨੇ ਜ਼ਰੂਰੀ ਨੇ। ਸੋ ਇਹਦੇ ਵਿੱਚ ਜਿਹੜਾ ਕੈਮੀਕਲ ਫਾਰਮੂਲਾ ਜਿਪਸਮ ਦਾ ਹੁੰਦਾ CaSO4 2H2O। ਸੋ ਇਹ ਤੁਸੀਂ ਯਾਦ ਰੱਖਣੇ ਆ। ਇੱਦਾਂ ਤੁਹਾਨੂੰ ਮੈਂ ਇੱਕ ਲਿਸਟ ਜ਼ਰੂਰ ਪ੍ਰੋਵਾਈਡ ਕਰਾਂਗਾ। ਆਪਸ਼ਨ B ਇੱਥੇ ਕਰੈਕਟ ਹੋਏਗਾ ਸਟੂਡੈਂਟਸ। ਸੋ ਨੈਕਸਟ ਕੁਐਸਚਨ ਇਜ਼ ਡਿਊਰਿੰਗ ਦਾ ਪ੍ਰੈਪਰੇਸ਼ਨ ਆਫ HCl ਗੈਸ ਔਨ ਏ ਹਿਊਮਿਡ ਡੇ ਗੈਸ ਇਜ਼ ਇਹ ਕੁਐਸਚਨ ਅਸੀਂ ਕਰ ਚੁੱਕੇ ਹਾਂ। ਸੋ ਇਹਦੇ ਵਿੱਚ ਜਿਹੜਾ ਕਹਿੰਦੇ ਆ ਗਾਰਡ ਟਿਊਬ ਦੇ ਵਿੱਚ CaCl ਕਹਿੰਦੇ ਕਿਉਂ ਉਹਦੇ ਵਿੱਚ ਕੰਟੇਨ ਕੀਤਾ ਜਾਂਦਾ, ਕਿਉਂ ਰੱਖਿਆ ਜਾਂਦਾ ਆ। ਸੋ ਤਾਂ ਰੱਖਿਆ ਜਾਂਦਾ ਵੀ ਹਿਊਮਿਡ ਡੇ ਬਾਅਦ ਜਿਹੜੀ ਉਹਦੇ 'ਚ ਥੋੜ੍ਹਾ ਜਿਹਾ ਮੋਇਸਚਰ ਹੁੰਦਾ ਆ ਉਹਨੂੰ ਕੀ ਕਰੇ, ਉਹ ਓਬਜ਼ਰਵ ਕਰ ਲੇ। ਸੋ ਆਪਸ਼ਨ C ਇਜ਼ ਕਰੈਕਟ। ਸੋ ਨੈਕਸਟ ਕੁਐਸਚਨ ਇਜ਼ ਵਿਚ ਵਨ ਇਜ਼ ਡਿਫਰੈਂਟ ਫਰੋਮ ਅਦਰ। ਸੋ ਇਹਦੇ ਵਿੱਚ ਕਹਿੰਦੇ ਵੀ ਕਿਹੜਾ ਜਿਹੜਾ ਆਪਸ਼ਨ ਆ ਬਾਕੀਆਂ ਨਾਲੋਂ ਥੋੜ੍ਹਾ ਜਿਹਾ ਅਲੱਗ ਹੈ। ਨਾਈਟ੍ਰਿਕ ਐਸਿਡ, ਟਾਰਟੈਰਿਕ ਐਸਿਡ ਅਤੇ ਫੋਸਫੋਰਿਕ ਐਸਿਡ ਇਹਨਾਂ ਨਾਲੋਂ ਅਲੱਗ ਹੈ ਸਲਫਿਊਰਿਕ ਐਸਿਡ। ਸਲਫਿਊਰਿਕ ਐਸਿਡ ਇਹਨਾਂ ਤਿੰਨਾਂ ਦੇ ਨਾਲੋਂ ਅਲੱਗ ਹੈ। ਸੋ ਆਪਸ਼ਨ B ਇਜ਼ ਕਰੈਕਟ। ਹੁਣ ਸਾਡੇ ਕੋਲ ਨੈਕਸਟ ਕੁਐਸਚਨ ਹੈ ਸੋਡਾ ਐਸ਼ ਕੈਮੀਕਲ ਫਾਰਮੂਲਾ ਇਜ਼। ਸੋਡਾ ਐਸ਼ ਦਾ ਕੈਮੀਕਲ ਫਾਰਮੂਲਾ ਕੀ ਹੁੰਦਾ ਆ Na2CO3। ਆਪਸ਼ਨ C ਇਜ਼ ਕਰੈਕਟ Na2CO3। So next question is common salt beside being used in kitchen can also be used as a raw material for production of। ਕਹਿੰਦੇ ਉਹ ਕੋਮਨ ਸਾਲਟ ਦਾ ਨਾਂ ਦੱਸੋ ਜਿਹੜਾ ਅਸੀਂ ਕਿਚਨ ਵਿੱਚ ਤੇ ਯੂਜ਼ ਕਰਦੇ ਹੀ ਹਾਂ ਅਤੇ ਐਜ਼ ਏ ਰਾਹ ਮਟੀਰੀਅਲ ਕਿਸੇ ਮਟੀਰੀਅਲ ਦੀ ਪ੍ਰੋਡਕਸ਼ਨ ਵਿੱਚ ਵੀ ਐਜ਼ ਏ ਰਾਹ ਮਟੀਰੀਅਲ ਵੀ ਯੂਜ਼ ਕਰਦੇ ਹਾਂ, ਉਹ ਕਿਹੜਾ ਆ। ਸੋ ਇਹਦੇ ਵਿੱਚ ਜਿਹੜਾ ਸਾਡੇ ਕੋਲ ਆਪਸ਼ਨ A ਯਾਨੀ ਕਿ ਬੇਕਿੰਗ ਪਾਊਡਰ ਅਤੇ ਆਪਸ਼ਨ B ਵਾਸ਼ਿੰਗ ਸੋਡਾ, ਠੀਕ ਆ। ਇਹਨਾਂ ਦੋਨਾਂ ਨੂੰ ਅਸੀਂ ਯੂਜ਼ ਕਰਦੇ ਹਾਂ। ਸੋ ਆਪਸ਼ਨ C ਇਜ਼ ਕਰੈਕਟ ਵਿਚ ਇਜ਼ ਆਪਸ਼ਨ A ਜਿਹੜਾ ਕਿ ਹੈ ਬੇਕਿੰਗ ਪਾਊਡਰ ਅਤੇ ਆਪਸ਼ਨ B ਜਿਹੜਾ ਹੈ ਵਾਸ਼ਿੰਗ ਸੋਡਾ। ਆਪਸ਼ਨ C ਇਜ਼ ਕਰੈਕਟ ਹੇਅਰ ਸਟੂਡੈਂਟਸ। ਸੋ ਨੈਕਸਟ ਕੁਐਸਚਨ ਇਜ਼ ਲੈਵਲ ਆਫ pH ਫਾਊਂਡ ਇਨ ਐਂਟਾਸਿਡ ਸੋਲਿਊਸ਼ਨ। ਕਹਿੰਦੇ ਐਂਟਾਸਿਡ ਸੋਲਿਊਸ਼ਨ ਹੁੰਦਾ ਹੈ ਉਹਦਾ pH ਕਿੰਨਾ ਫਾਊਂਡ ਕੀਤਾ ਜਾਂਦਾ ਹੈ। ਸੋ ਉਹਦਾ pH ਜਿਹੜਾ 10 ਤੋਂ ਜ਼ਿਆਦਾ ਹੁੰਦਾ ਹੈ, ਗ੍ਰੇਟਰ ਦੈਨ 10 ਵਿੱਚ option C is correct here, greater than 10। So next question is black ash ਕੀ ਹੈ। ਸੋ option B barium sulfide। ਬਲੈਕ ਐਸ਼ ਹੁੰਦੀ ਹੈ ਬੇਰੀਅਮ ਸਲਫਾਈਡ ਨੂੰ ਅਸੀਂ ਬਲੈਕ ਐਸ਼ ਵੀ ਕਹਿੰਦੇ ਹਾਂ। ਸੋ ਆਪਸ਼ਨ B is correct which is barium sulfide। So next question is when electricity passes through NaCl aqueous solution। ਕਹਿੰਦੇ ਜਦੋਂ ਅਸੀਂ ਇਲੈਕਟ੍ਰੀਸਿਟੀ ਨੂੰ ਪਾਸ ਕਰਵਾਉਂਦੇ ਹਾਂ NaCl ਦੇ ਸੋਲਿਊਸ਼ਨ ਦੇ ਵਿੱਚੋਂ ਤਾਂ ਕੀ ਹੁੰਦਾ ਆ, ਸੋਡੀਅਮ ਮੈਟਲ ਡਿਪੋਜ਼ਿਟ ਹੋ ਜਾਂਦਾ ਆ, ਓਨਲੀ ਕਲੋਰੀਨ ਗੈਸ ਪ੍ਰੋਡਿਊਸ ਹੁੰਦੀ ਆ, ਜਾਂ ਫਿਰ ਕਲੋਰੀਨ ਅਤੇ ਹਾਈਡਰੋਜਨ ਗੈਸਿਸ ਆਰ ਪ੍ਰੋਡਿਊਸ। ਸੋ ਜਦੋਂ ਵੀ ਇਲੈਕਟ੍ਰੀਸਿਟੀ ਨੂੰ ਅਸੀਂ NaCl ਐਕਿਊ ਸੋਲਿਊਸ਼ਨ ਦੇ ਵਿੱਚੋਂ ਪਾਸ ਕਰਾਉਂਦੇ ਹਾਂ, ਸੋਡੀਅਮ ਮੈਟਲ ਜਿਹੜਾ ਆ ਡਿਪੋਜ਼ਿਟ ਵੀ ਹੁੰਦਾ ਆ, ਕਲੋਰੀਨ ਗੈਸ ਵੀ ਪ੍ਰੋਡਿਊਸ ਹੁੰਦੀ ਹੈ ਅਤੇ ਹਾਈਡਰੋਜਨ ਗੈਸ ਵੀ ਪ੍ਰੋਡਿਊਸ ਹੁੰਦੀ ਹੈ। ਸੋ ਵਿਚ ਮੀਨਸ ਆਪਸ਼ਨ D ਇਜ਼ ਕਰੈਕਟ ਵਿਚ ਇਜ਼ ਆਲ ਆਫ ਦਾ ਗਿਵਨ ਆਰ ਪ੍ਰੋਡਿਊਸਡ। ਆਪਸ਼ਨ D ਸਟੂਡੈਂਟਸ। ਸੋ ਨੈਕਸਟ ਕੁਐਸਚਨ ਇਜ਼ ਆਈਡੈਂਟੀਫਾਈ ਦਾ ਐਲੀਮੈਂਟ। ਸਾਨੂੰ ਆਪਸ਼ਨ ਦਿੱਤੇ ਨੇ, ਆਪਾਂ ਇਹਨਾਂ ਨੂੰ ਪੜ੍ਹ ਕੇ ਐਲੀਮੈਂਟ ਨੂੰ ਆਈਡੈਂਟੀਫਾਈ ਕਰਨਾ ਹੈ ਵੀ ਇਹ ਕਿਹੜੇ ਐਲੀਮੈਂਟ ਦੀ ਗੱਲ ਹੋ ਰਹੀ ਆ। ਇਟ ਇਜ਼ ਅ ਵਾਈਟ ਟਰਾਂਸਪੇਰੈਂਟ ਸੋਲਿਡ। ਕਹਿੰਦੇ ਇਹ ਵਾਈਟ ਕਲਰ ਦਾ ਹੈ ਤਾਂ ਸੋਲਿਡ ਹੁੰਦਾ ਆ। ਇਟ ਰੈਡਲੀ ਰਿਐਕਟ ਵਿਦ ਵਾਟਰ। ਕਹਿੰਦੇ ਵਾਟਰ ਨਾਲ ਬੜੀ ਜਲਦੀ ਰਿਐਕਟ ਕਰਦਾ ਆ ਅਤੇ ਐਲਕੇਲਾਈਨ ਸੋਲਿਊਸ਼ਨ ਨੂੰ ਪ੍ਰੋਡਿਊਸ ਕਰਦਾ ਆ। ਅਤੇ ਕਹਿੰਦੇ ਇਹਨੂੰ ਸਟੋਰ ਕਰਦੇ ਹਾਂ, ਇੱਥੋਂ ਹਿੰਟ ਸਾਨੂੰ ਯਾਦ ਤੁਸੀਂ ਰੱਖਣਾ ਆ, ਇਹਨੂੰ ਅਸੀਂ ਸਟੋਰ ਕਰਦੇ ਹਾਂ ਕੈਰੋਸੀਨ ਦੇ ਵਿੱਚ। ਸੋ ਇਹ ਹੈ ਸਾਡੇ ਕੋਲ Na ਵਿਚ ਇਜ਼ ਆਪਸ਼ਨ A। ਸੋ ਆਪਸ਼ਨ A ਸਾਡੇ ਕੋਲ ਸਹੀ ਹੋਏਗਾ ਸਟੂਡੈਂਟਸ। ਇਹ ਸਾਡੇ ਕੋਲ ਅੱਜ ਅਸੀਂ ਕੀਤੇ ਆ 80 ਤੱਕ ਕੁਐਸਚਨਸ। ਸੋ ਤੁਹਾਡਾ ਇਹੀ ਕੰਮ ਹੋਏਗਾ, ਤੁਸੀਂ ਇਹਨਾਂ ਨੂੰ ਨੋਟ ਡਾਊਨ ਕਰਨਾ ਆ ਅਤੇ ਰਿਵਾਈਜ਼ ਕਰਨਾ ਹੈ ਬਾਰ-ਬਾਰ। ਕੋਸ਼ਿਸ਼ ਕਰਨੀ ਆ ਵੀਡੀਓ ਨੂੰ ਬਾਰ-ਬਾਰ ਦੇਖਣ ਦਾ। ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਹੈ ਤੁਸੀਂ ਮੈਨੂੰ ਪੁੱਛ ਸਕਦੇ ਹੋ, ਕਮੈਂਟ ਵਿੱਚ ਪੁੱਛਣਾ, ਜਾਂ ਮੇਰਾ ਨੰਬਰ ਤੁਹਾਡੇ ਕੋਲ ਹੈ, ਤੁਸੀਂ ਕਰਕੇ ਮੈਸੇਜ ਮੈਨੂੰ ਪੁੱਛ ਸਕਦੇ ਹੋ। ਕੋਈ ਵੀ ਕੁਐਸਚਨ ਦੇ ਰਿਲੇਟਿਡ ਡਾਊਟ ਹੈ ਜਾਂ ਕੋਈ ਚੀਜ਼ ਸਮਝ ਨਹੀਂ ਆਈ
ਵੀ ਇਹਦੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੈ ਤੇ ਆਪਾਂ ਜ਼ਰੂਰ ਬਣਾਵਾਂਗੇ। ਸੋ ਇਹ ਕੁਐਸਚਨ ਨੂੰ ਤੁਸੀਂ ਬਾਰ-ਬਾਰ ਰਿਪੀਟ ਕਰਨੇ ਆ। ਸੋ ਡੈਟਸ ਆਲ ਸਟੂਡੈਂਟਸ।